ਇਹਦੀ ਗੱਲ ਕਰ ਲਈਏ ਬਾਬਾ ਜੀ 1 ਬਾय 1 ਗੱਲ ਕਰ ਲੈਣਾ ਜ਼ਿਆਦਾ ਕਰੋ ਸ਼ੁਰੂ। ਅੱਛਾ ਦੇਖੋ ਜੀ, ਗੱਲ ਇਸ ਤਰ੍ਹਾਂ ਵੀ ਕਿ ਇੱਕ ਚੀਜ਼ ਹੁੰਦੀ ਹੈ ਕਿ ਮਿਸਾਲ ਦੇ ਤੌਰ ਦੇ ਉੱਤੇ ਕੋਈ ਐਸੀ ਯਾਨੀ ਕਿ ਮਿਸਾਲ ਦੇ ਅਲਫਾਜ਼ ਨੇ ਜਿਹੜੇ ਕਿ ਉਹਨਾਂ ਨੂੰ ਤੁਸੀਂ ਗੁਣਗੁਣਾ ਕੇ ਬੋਲਦੇ ਹੋ। ਤੁਸੀਂ ਜਿਸ ਤਰ੍ਹਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਮਦੀਨਾ ਤਸ਼ਰੀਫ ਲੈ ਆਏ, ਹਿਜਰਤ ਜਦੋਂ ਕੀਤੀ ਤੇ ਮਦੀਨਾ ਸ਼ਰੀਫ ਜਦੋਂ ਪਹੁੰਚੇ ਨੇ ਨਾ, ਤੇ ਉੱਥੇ ਉਹਨਾਂ ਨੇ ਉਹਨਾਂ ਦਾ ਇਸਤਕਬਾਲ ਜਿਹੜਾ ਕੀਤਾ ਵੇ ਨਾ, ਉਹ ਉਹਨਾਂ ਨੇ ਗੀਤ ਦੀ ਸ਼ਕਲ ਦੇ ਵਿੱਚ ਹੀ ਕੀਤਾ ਵੇ, ਮਾਸ਼ਾਅੱਲਾ। ਲੇਕਿਨ ਜਾਂ ਤੁਸੀਂ ਇਹਨੂੰ ਤਸ਼ਬੀਹ ਜਿਹੜਾ ਵੇ ਉਹ ਤੁਸੀਂ ਉਸ ਗਾਣੇ ਦੇ ਨਾਲ ਦਿੰਦੇ ਪਿਓ ਕਿ ਜਿਹੜਾ ਗਾਣਾ ਇਸਲਾਮ ਦੇ ਅੰਦਰ ਹਰਾਮ ਹੈ, ਤੁਸੀਂ ਉਹਦੇ ਨਾਲ ਤਸ਼ਬੀਹ ਦਿੰਦੇ ਪਿਓ। ਤੁਸੀਂ ਉਹ ਹਰਾਮ ਸਾਬਤ ਕਰੋ ਜੀ। ਹਰਾਮ ਸਾਬਤ ਹੈ ਜਨਾਬੇ ਵਾਲਾ ਹਜ਼ਰਤ ਅਬਦੁੱਲਾ ਇਬਨ ਉਮਰ ਜਿਹੜੇ ਨੇ, ਉਹਨਾਂ ਨੇ ਇੱਕ ਜਗ੍ਹਾ ਤੋਂ ਗੁਜ਼ਰੇ ਤੇ ਉੱਥੇ ਮੌਸੀਕੀ ਦੇ ਆਲਾਤ ਤੇ ਗਾਣਾ ਚੱਲਦਾ। ਸੁਣ ਲਓ ਨਾ ਗੱਲ ਹੁਣ ਮੇਰੀ, ਸੁਣ ਲਓ ਨਾ ਗੱਲ। ਹਜ਼ਰਤ ਅਬਦੁੱਲਾ ਇਬਨ ਉਮਰ ਇੱਕ ਜਗ੍ਹਾ, ਇੱਕ ਮਿੰਟ ਜ਼ਰਾ ਕਾਲ ਆ ਰਹੀ, ਕਰੋ ਕਾਲ ਕਰ ਲਓ। ਹਾਂ, ਉਹਨਾਂ ਦੇ ਨਾਲ ਕੌਣ ਸੀ ਉਹ ਵੀ ਦੱਸਣਾ, ਜੇ ਅਬਦੁੱਲਾ ਬਿਨ ਉਮਰ ਦੇ ਨਾਲ ਕੌਣ ਸੀ ਤੇ ਉਹਨਾਂ ਨੇ ਕੀ ਆਖਿਆ ਸੀ। ਤੈਯਬ ਭਾਈ ਸੁਣਾਓ ਕੀ ਹਾਲ ਹੈ? ਤੁਹਾਡੇ ਭਰਾ ਤੇ ਤੈਯਬ ਆਪਣਾ ਗੁਸਤਾਖੀ ਦਾ ਫਤਵਾ ਲੱਗ ਗਈ, ਗੁਸਤਾਖੇ ਰਸੂਲ ਹੋ ਗਿਆ ਮੈਂ ਅੱਜ। ਨਾਉਜ਼ ਬਿल्लाह मिन ज़ालिक, ਅੱਲਾਹ ਮਾਫ ਕਰੇ। ਅੱਛਾ ਜੀ, ਅੱਛਾ ਬਾਬਾ ਜੀ, ਮੈਂ ਤੁਹਾਨੂੰ ਜਿਹੜੀ ਰਵਾਇਤ ਦੇ ਬਾਰੇ ਤੁਹਾਨੂੰ ਮੈਂ ਦੱਸਿਆ ਵੇ, ਉਹ ਰਵਾਇਤ ਤੁਸੀਂ ਸੁਣੀ ਦੀ? ਮੈਂ ਸੁਣੀ, ਮੈਂ ਪੜ੍ਹੀ ਵੀ ਹੈ, ਲੇਕਿਨ ਹਜ਼ਰਤ ਅਬਦੁੱਲਾ ਇਬਨ ਉਮਰ ਵਾਲੀ ਰਵਾਇਤ ਸੁਣੀ? ਤੁਹਾਡੇ ਮੂੰਹ ਮੈਂ ਪੂਰੀ ਸੁਣਨਾ ਚਾਹੁੰਦਾ ਹਾਂ। ਠੀਕ ਹੈ, ਸੁਣਾਓ। ਮੈਂ ਰਵਾਇਤ ਇੱਕ ਮਿੰਟ ਦੇਖ ਲਵਾਂ, ਮੈਂ ਜ਼ਰਾ ਲਿਆਓ ਰਵਾਇਤ ਲਿਆਓ ਚਲੋ ਆ ਜਾਓ। ਮੂਨ ਭਾਈ ਗਲਤੀ ਕਰ ਗਏ ਹੋ ਅੱਜ ਬੜੀ ਵੱਡੀ, ਵੇਖਿਓ ਹੁਣ ਹੁੰਦਾ ਕੀ ਹੈ। ਓਏ ਚੌਧਰੀ ਤੈਯਬ, ਉਸਮਾਨੀਆਂ ਦਾ ਨਵਾਂ ਫਤਵਾ ਸੁਣੀ? ਉਸਮਾਨੀ ਕਹਿੰਦੇ ਨੇ ਜਿਹੜਾ ਮਾਵੀਅਨ ਖਲੀਫਾ ਨਹੀਂ ਮੰਨਦਾ ਉਹ ਕਾਫਰ ਹੈ। ਉਸਮਾਨੀ ਕਹਿੰਦੇ ਨੇ ਜਿਹੜਾ ਮਾਵੀਅਨ ਖਲੀਫਾ ਨਹੀਂ ਮੰਨਦਾ ਉਹ ਕਾਫਰ ਹੈ। ਲਾਨਾ ਮਾਂ ਨੂੰ ਲਾਣੇ ਬਗੈਰ ਸਾਹ ਲਾ ਲਾ ਤੂੰ ਇਹਨਾਂ ਦਾ। ਤੇ ਇਹ ਭਾਈ ਮੈਂ ਤੁਹਾਨੂੰ ਥੋੜਾ ਜਿਹਾ ਪਸੇ ਮੰਦਰ ਦੱਸਣਾ ਵਾ। ਗੱਲ ਇੰਜ ਹੋਈ ਹੈ ਕਿ ਮੈਂ ਇੱਥੇ ਬੈਠਿਆ ਸਾਂ ਤੇ ਗਾਣੇ ਲੱਗ ਗਏ ਆਟੋਮੈਟਿਕਲੀ ਗੱਡੀ 'ਚ ਨਾ, ਤੇ ਅੱਛਾ ਮੂਨ ਸਾਹਿਬ ਨੇ ਆਖਿਆ ਤੁਹਾਡੇ ਦੀਨ ਦੇ ਵਿੱਚ ਆਪਣਾ ਇਹ ਨਾ ਗਾਣੇ ਜਿਹੜੇ ਨੇ ਸੁਣਨਾ ਜਾਇਜ਼ ਨੇ। ਮੈਂ ਕਿਹਾ ਮੇਰੇ ਦੀਨ ਇਸਲਾਮ ਦੇ ਵਿੱਚ ਵਾਕਈ ਜਾਇਜ਼ ਨੇ ਗਾਣੇ ਹੈ। ਮੈਂ ਕਿਹਾ ਅੱਲਾ ਦੇ ਨਬੀ ਨੇ ਸੁਣੇ ਹੈ। ਉਹਦੇ ਉੱਤੇ ਮੈਂ ਇਹਨਾਂ ਨੂੰ ਬੁਖਾਰੀ ਸ਼ਰੀਫ ਦੀ ਹਦੀਸ ਦਿੱਤੀ ਹੈ ਤੇ ਉਹਦੇ ਉੱਤੇ ਇਹ ਹੁਣ ਤਾਵੀਲ ਕਰਦੇ ਪਏ ਨੇ ਕਿ ਗੱਲ ਇੰਜ ਕਿ ਉਹ ਕਿਸ ਤਰ੍ਹਾਂ ਦੇ ਗਾਣੇ ਸਨ। ਸਰ ਗਾਣੇ ਤੇ ਹੈ ਸਨ। ਹੁਣ ਮੈਂ ਇਹਨਾਂ ਨੇ ਆਖਿਆ ਕਿ ਜੀ ਆਪਣਾ ਗਾਣੇ ਹਰਾਮ ਨੇ। ਉਹਦੇ ਉੱਤੇ ਹੁਣ ਅਬੂ ਹਸਨ ਬਾਈ ਹੋਰਾਂ ਨੇ ਮੈਨੂੰ ਦਲੀਲ ਦੇਣੀ ਹੈ ਗਾਣੇ ਹਰਾਮ ਨੇ, ਠੀਕ ਹੈ, ਕਿਉਂਕਿ ਹੁਰਮਤ ਜਿਨ੍ਹਾਂ ਚੀਜ਼ਾਂ ਨੂੰ ਆਪਣਾ ਇਹ ਵੇ ਕਿ ਅੱਲਾ ਦੀ ਜ਼ਾਤ ਨੇ ਹਰਾਮ ਕੀਤਾ ਹੈ ਨਾ, ਉਹਨਾਂ ਚੀਜ਼ਾਂ ਨੂੰ ਫਿਲ ਬਦੀ ਅੱਲਾ ਦੀ ਜ਼ਾਤ ਨੇ ਕਲੀਅਰ ਕੱਟ ਕੁਰਾਨ ਦੇ ਵਿੱਚ ਹਰਾਮ ਕੀਤੀ ਹੋਇਆ। ਹਾਂ ਅੱਛਾ, ਜਿਨ੍ਹਾਂ ਚੀਜ਼ਾਂ ਨੂੰ ਨਬੀ ਅਲੈਹਿਸ ਸਲਾਮ ਨੇ ਹਰਾਮ ਕੀਤਾ ਵੇ ਉਹ ਪਤਾ ਕੀ ਤੁਸੀਂ ਹਰਾਮ ਨਹੀਂ ਮੰਨਦੇ। ਦੱਸਦਾ ਇੱਕ ਮਿੰਟ ਅਬੂ ਹਸਨ ਭਾਈ, ਮਸਲਾ ਪਤਾ ਕੀ ਹੈ? ਵੈਸੇ ਤੇ ਕਦੀ ਮੈਂ ਵੀ ਸੁਣ ਲੈਂਦਾ, ਜ਼ਿਆਦਾਤਰ ਮੈਂ ਨਹੀਂ ਸੁਣਦਾ, ਲੇਕਿਨ ਮੈਂ ਸਮਝਦਾ ਕਿ ਗੁਨਾਹ ਦਾ ਕੰਮ ਹੈ, ਮੈਂ ਨਹੀਂ ਸੁਣਦਾ। ਮੇਰੇ ਨਜ਼ਦੀਕ ਵੀ ਬਿਲਕੁਲ ਹਰਾਮ ਸਖਤ ਹਰਾਮ ਨਹੀਂ ਹੈ। ਦਰੀਮ ਭਾਈ ਐਨੇ ਕਿਹਾ ਬਾਬੇ ਨੇ ਕਿ ਮਾਜ਼ਅੱਲਾਹ ਨਬੀ ਪਾਕ ਸੱਲੱਲਾਹੁ ਅਲੈਹਿ ਗਾਣੇ ਸੁਣਦੇ ਹਨ। ਇੱਕ ਮਿੰਟ ਜ਼ਰਾ ਠਹਿਰ ਜੀ, ਜ਼ਰਾ ਇੱਕ ਮਿੰਟ ਸਿਰਫ। ਹਾਂ, ਇਹ ਰਵਾਇਤ ਜੀ ਜਨਾਬ, ਅੱਲਾ ਤੁਹਾਡਾ ਭਲਾ ਕਰੇ, 5590 ਬੁਖਾਰੀ ਦੀ ਰਵਾਇਤ ਹੈ। ਬਾਬਾ ਜੀ ਜ਼ਰਾ ਕੱਢੀ ਰਵਾਇਤ। ਮੈਂ ਹੁਣ ਹੀ ਕੱਢ ਲੈਣੇ ਯਾਰ, 5590 ਬੁਖਾਰੀ ਹੁਣ ਹੀ ਕੱਢ ਲੈਣੇ। ਲੇਕਿਨ ਇਹਨਾਂ ਹਦੀਸਾਂ ਦਾ ਕੀ ਕਰਨਾ ਬੋਸਨ ਭਾਈ? ਮੈਂ ਦੱਸਣਾ ਨਾ ਤੁਹਾਨੂੰ। ਨਹੀਂ ਉਹਨਾਂ ਦਾ ਮੈਨੂੰ ਕੋਈ ਦੱਸੋ ਪਹਿਲਾਂ ਉਹ ਹਦੀਸਾਂ ਜਿਹੜੀ ਮੈਂ ਤੁਹਾਨੂੰ ਦੱਸੀਆਂ ਨੇ ਉਹਦਾ ਕੀ ਕਰਨਾ? 2906 ਬਈ ਇਹ ਜ਼ਰਾ ਹਦੀਸ ਕੱਢੋ ਤੇ ਸਹੀ ਨਾ, ਅੱਲਾ ਦੇ ਬੰਦੇ ਹੋ, ਜ਼ਰਾ ਹਦੀਸ ਕੱਢੋ ਤੇ ਹੁਣ ਕੀ ਗੱਲ ਹੈ? ਉਹ ਫਿਰ ਬਾਅਦ ਦੀ ਗੱਲ ਹੈ ਨਾ, ਉਹ ਮੈਂ ਹਦੀਸ ਕੱਢਾਂਗਾ, ਲੇਕਿਨ ਜਿਹੜੀ ਮੈਂ ਤੁਹਾਨੂੰ ਹਦੀਸ ਦੱਸੀ ਹੈ
ਉਹਨੂੰ ਤੁਸੀਂ ਮੰਨੋ ਅਨ ਮੰਨੇ ਹੋ ਇੰਜ ਇਹ ਕਹਿੰਦੇ ਕਿ ਅੱਲਾਹ ਹਦੀਸ ਦੇ ਨਬੀ ਇਹ ਹਦੀਸ ਜਿਸ ਟਾਈਮ ਪੜੋਗੇ ਸੁਣ ਨਾ ਲਓ ਨਾ, ਤੇ ਫਿਰ ਅੱਛਾ, ਤੁਹਾਨੂੰ ਇੱਕ ਪਤਾ ਮਿੰਟ। ਲੱਗੇਗਾ ਕਿ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਸਤਾਖੀ ਕੀਤੀ ਹੈ ਜਾਂ ਨਹੀਂ ਕੀਤੀ। ਇਹ ਹਦੀਸ ਪੜੋਗੇ ਤਾਂ ਪਤਾ ਲੱਗੇਗਾ ਨਾ। ਉਹ ਗੱਲ ਤਾਂ ਸੁਣ ਲਓ, ਖੁਦਾ ਦੇ ਨੋ ਬੰਦੇ, ਉਹ ਗੱਲ ਸੁਣ ਲਓ, ਗੱਲ ਸੁਣ ਲਓ। ਮੈਂ ਜਿਹੜੀ ਆਪਣਾ ਰਵਾਇਤ ਤੁਹਾਨੂੰ ਪੇਸ਼ ਕੀਤੀ ਹੈ ਕਿ ਅੰਮਾ ਆਇਸ਼ਾ ਨੇ ਆਪਣਾ ਇਹ ਵੇਖ, ਉਸ ਤੋਂ ਬਾਅਦ ਅੱਲਾਹ ਦਾ ਨਬੀ ਖੁਦ ਅੰਮਾ ਆਇਸ਼ਾ ਨੂੰ ਵੀ ਹੁਕਮ ਦੇ ਰਹੇ ਨੇ ਕਿ ਤੁਸੀਂ ਗਾਣੇ ਵਾਲੀਆਂ ਯਾਰ ਇਹ ਰਵਾਇਤ ਕਿਉਂ ਨਹੀਂ ਪੜਦੇ ਪਏ ਤੁਸੀਂ ਅੱਲਾਹ ਦੇ ਬੰਦੇ ਹੋ? ਇਹ ਰਵਾਇਤ ਕਿਉਂ ਨਹੀਂ ਪੜਦੇ ਪਏ? ਕਿ ਰਵਾਇਤ ਦੱਸੀਆਂ ਜ਼ਰਾ 5590 ਓਕੇ 90 ਬੁਖਾਰੀ। ਬੋਲ ਮਾਸ਼ਾਅੱਲਾ। ਬਹਰਾਲ ਇਹ ਵੇਖ ਜਿਹੜੀ ਮੇਰੀ ਰਵਾਇਤ ਹੈ ਉਹਦੇ ਤੇ ਹੁਕਮ ਦੇਣਾ ਜਿਹੜੀ ਤੁਸੀਂ ਆ ਯਾਦ ਰੱਖਿਓ जी जी मैं बिल्कुल उधर से भी हुक्म और देना। शाम बिन अम्मार ने बयान किया कि उनसे कसदन सदका बिन खालिद ने बयान किया, उनसे अब्दुर्रहमान बिन यजीद ने, उनसे अच्छा अतिया बिन कैस कलाबी ने, उनसे अब्दुर्रहमान बिन गनम अशारी ने बयान किया, कहा कि मुझसे अबू आमिर रदियल्लाहु तआला अन्हु, अबू मालिक आशरी रदियल्लाहु तआला अन्हु ने बयान किया। अच्छा, अल्लाह की कसम उन्होंने झूठ नहीं बयान किया कि उन्होंने नबी अकरम सल्लल्लाहु अलैहि वसल्लम से सुना। नबी करीम सल्लल्लाहु अलैहि वसल्लम ने फरमाया कि मेरी उम्मत में ऐसे बुरे लोग पैदा हो जाएंगे जो जनाकारी, रेशम का पहनना, शराब पीना और गाने बजाने को हलाल बना लेंगे, और कुछ मुतकब्बिर किस्म के लोग पहाड़ की चोटी पर अपने बंगलों और में रहाइश करने के लिए चले जाएंगे। हैं, चरवाहे उनके मवेशी सुबह और शाम लाएंगे और ले जाएंगे। ठीक है जी। इनके पास एक फकीर आदमी अपनी जरूरत लेकर जाएगा तो वो टालने के लिए उनसे कहेंगे कि कल आना, लेकिन अल्लाह ताला रात को उनको उनकी सरकशी की वजह से हलाक कर देगा, पहाड़ को उन पर गिरा देगा और उनमें से सब सू को क़यामत तक के लिए बंदर और सूअर की सूरतों में मसख कर देगा। अच्छा जी 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 दस उन्हें सुनने इब्ने माजा दी 40-20 रवायत लगाओ जरा। अच्छा जी, सही है, एक मिनट आ जाओ। ਤੇ ਫਿਰ ਇਹ ਕੰਮ ਫਿਰ ਅੱਲਾਹ ਦੇ ਨਬੀ ਨੇ ਕਿਉਂ ਕੀਤਾ ਇਹ ਤਾਂ ਦੱਸੋ। ओए अल्लाह दे बंदे हो, रवायत ते लाओ बाबा जी, क्यों दौड़दे पे? रवायत तो नहीं दौड़ीदा। ਤੁਸੀਂ ਪਿਛਲੀ ਇੱਕ ਮਿੰਟ ਪਿਛਲੀ ਰਵਾਇਤ ਆਂਦੇ ਨਹੀਂ ਪਏ ਔਰ ਰਵਾਇਤ ਤੇ ਲਾਓ, ਰਵਾਇਤ ਲਾਓ। ਮੈਂ ਤੁਹਾਡੇ ਕੋਲ ਰਵਾਇਤ मैं ਨਹੀਂ आना ਮੰਗੀ। वहां पहले रवायत ते लाओ। ਮੈਂ ਤੁਹਾਨੂੰ ਇੱਕ ਮਿੰਟ मुसलमानों ਨੂੰ ਦੱਸੋ ਤੁਸੀਂ ਉਹਨਾਂ ਦੇ ਨਬੀ ਨੇ ਕੀ ਹੁਕਮ ਦਿੱਤਾ ਹੈ ਤੇ ਤੁਸੀਂ ਮਰਦਈ ਕੀ ਹੁਕਮ ਦਿੰਦੇ ਪਏ ਲੋਕਾਂ ਨੂੰ? ਉਹ ਅੰਨੀ ਦਿਓ ਮੈਨੂੰ ਇੱਕ ਗੱਲ ਤੇ ਦੱਸੋ ਕਿਹੜੀ ਮਿਰਦਈ ਹੈ ਆਲਾ ਆਪਣਾ ਆਲਾ ਹਜ਼ਰਤ ਆਪਣਾ ਖੋਤੇ ਦੇ ਯਾਰ ਅੱਲਾਹ ਦੇ ਬੰਦੇ ਹੋ, ਰਵਾਇਤ ਤੇ ਲਾਓ ਨਾ, ਕੀ ਹੋ ਗਿਆ ਯਾਰ? ਨਹੀਂ ਨਹੀਂ ਮੈਨੂੰ ਪਹਿਲਾਂ ਤੁਸੀਂ ਦੱਸਣਾ ਕਿ ਜਿਹੜੀ ਬੁਖਾਰੀ ਦੀ 2906 ਉਹਦੇ ਬਾਰੇ। ओए अल्लाह दे बंदे हो, रवायत ते लगा दियो सुनने ने मैंने माजा की ਮੈਂ हो गया ਮੈਂ यार? ਤੁਹਾਨੂੰ ਰਵਾਇਤਾਂ ਮੈਂ ਹੁਣ ਤੁਹਾਨੂੰ ਪੜ੍ਹ ਕੇ ਦੱਸਣਾ ਵਾ। ਇੱਕ ਮਿੰਟ ਠਹਿਰੋ। ਹਾਂ ਮੈਂ ਉਹ ਆਲਾ ਹਜ਼ਰਤ ਦੇ ਖੱਬਿਆ ਟਟਿਆ, ਉਹ ਆਲਾ ਹਜ਼ਰਤ ਦੀ ਮਾਂ ਦੇ ਮੂੰਹ ਓਏ ਇੱਕ ਮਿੰਟ ਉਹ ਨਹੀਂ ਇੰਜ ਨਹੀਂ ਇਹਨੂੰ ਕਹਿੰਦੇ ਮਿਰਜ਼ਾ ਜੀ। ਹੁਣ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਪੁੱਛਾਂਗਾ। ਇਹ इमाम बिन हंबल आप नीचे ਖਾਨੀ बैठे ਖੋਤੇ ਨੂੰ ਫਿਰ ਮੈਂ माजरत के साथ। ਟੰਗਾਂਗਾ ਫਿਰ। ਹਾਂ नहीं यार बाबा जी मेहरबानी करो, इस तरह की ना ਉਹਨੂੰ ਵੀ करो, ਆਖੋ ਨਾ बस ਇੱਜ਼ਤ ਨਾਲ ਗੱਲ करे। हाँ एक मिनट हसन भाई, हाँ एक मिनट ठीक है, ओके मैं बोल अबू हसन भाई, आप अगर बात करते हैं जैसे आप तरीके से बात करें, इधर से भी कोई नहीं करेगा। ठीक है, मैंने उसको नीचे उनका उतार नाम नहीं दिया। लिया। देखिए मेरी बात सुने, क्या आपने जिससे वो जो इनका आपने नाम लेकर इनको नहीं मैंने इनका नाम लिया हो, नहीं मेरी बात सुन, मैंने इनका नाम लिया। अगर तो मैंने इनका नाम लिया है तो फिर ये मुझे कह सकते हैं कि मैंने इनसे बदतमीजी की है। मैंने इनका नाम लिया ही नहीं। ਜੀ ਜੀ ਉਹ ਮੈਨੂੰ ਨਹੀਂ ਪਤਾ ਤੁਹਾਡਾ ਬਰੇਲਵੀਆਂ ਦਾ ਹੈ ਜਾਂ ਤੇ ਹੋਵੇ ਨਾ ਤੁਹਾਡਾ ਆਪਣਾ ਕਿਸੇ ਨੂੰ ਪਤਾ ਹੀ ਨਾ ਹੋਵੇ। चलिए ਅੱਛਾ, यार, ਮੈਨੂੰ ਇੱਕ ਗੱਲ- अच्छा चले टॉपिक पे चले, टॉपिक पे चले भाई। ਬਹੁਤ ਬੜੀ ਗੱਲ ਹੈ ਜੇ ਕਿ ਅੱਛਾ ਮੈਂ ਹੁਣ ਤੁਹਾਨੂੰ ਨਾ
एक मिनट ठहरो। ना यार नीचे कोई साथी गाली ना निकाले, मेहरबानी है आपकी, कोई साथी नीचे गाली ना निकाले। बहुत अच्छी बात की अबू हसन भाई। रसूल करीम सल्लल्लाहु अलैहि वसल्लम किसी गजवा में निकले। अब मैं हुन अपनी एक रवायत मैं इन्हां दी पेश की, एक मैं अपनी पेश करूंगा। रसूलुल्लाह सल्लल्लाहु अलैहि वसल्लम किसी गजवा में निकले, फिर जब वापस आए तो एक स्याह रंग की हबशी लौंडी ने आकर कहा, अल्लाह के रसूल, मैंने नजर मानी थी कि अगर अल्लाह ने आपको बखैर व आफियत लौटाया और मैं आपके सामने दफ बजाऊंगी और गाना गाऊंगी। ठीक है, तो रसूल करीम सल्लल्लाहु अलैहि वसल्लम ने उससे फरमाया, अगर तो तूने नजर मानी थी तो बजा ले, वरना नहीं। चुनांचा वो बजाने लगी। इसी दौरान अबू बकर अंदर दाखिल हुए और वो बजाती रही। फिर अली रज़ियल्लाहु अन्हु दाखिल हुए और वो बजाती रही। फिर उस्मान रज़ियल्लाहु अन्हु दाखिल हुए और वो बजाती रही। इन्हां विचों किसी ने नहीं आख्या कि तुसी गाना बजा रहे हो, ठीक है, बजाती रही। फिर उमर रज़ियल्लाहु अन्हु दाखिल हुए तो उन्हें देखकर उसने दफ अपने सरीन के नीचे डाल ली और इसी पर बैठ गई। ये देखकर रसूलुल्लाह सल्लल्लाहु अलैहि वसल्लम ने फरमाया, उमर तुमसे शैतान भी डरता है। मैं बैठा हुआ था और ये बजा रही थी। इतने में अबू बकर अंदर आए तो भी वो बजाती रही। अली अंदर आए तो भी वो बजाती रही। फिर उस्मान अंदर आए तो भी वो बजाती रही। फिर जब तुम दाखिल हुए ए उमर तो उसने दफ फेंक डाली। अच्छा, अबू हसन भाई, ये बारे की ख्याल है? ਤੁਸੀਂ ਇਹ ਰਵਾਇਤ ਇਬਨ ਮਾਜਾ ਲਈ ਪੜ੍ਹਦੇ ਹੋ, ਫਿਰ ਮੈਂ ਇੱਕ ਰਵਾਇਤ ਹੋਰ ਤੁਹਾਨੂੰ ਦੇਣੀ ਹੈ। ਅਸੀਂ ਨਾ ਬਾਬਾ ਜੀ ਮੈਂ ਐਂਡ ਦੇ ਉੱਤੇ ਕਮੈਂਟ ਮੈਂ ਸਾਰੇ ਇਹਦੇ ਤੇ ਇਕੱਠੇ ਹੀ ਕਮੈਂਟ ਕਰ ਦਿਆਂਗਾ ਨਾ। ਨਹੀਂ ਨਾ ਹੋ ਸਕਦਾ ਇੰਜ ਤੇ ਹੋਈ ਇਹ ਤੇ ਗੱਲ ਹੀ ਕੋਈ ਨਾ ਕਿ ਇਹ ਤੁਸੀਂ ਆ ਤੇ ਗੱਲ ਹੀ ਕੋਈ ਨਾ ਇਹ ਤੂੰ ਪੇਸ਼ ਕਰ ਕਿ ਮੈਂ ਪੇਸ਼ ਕਰਾਂ, ਇੰਜ ਤੇ ਨਹੀਂ ਨਾ। ਮੈਨੂੰ ਇਹਦਾ ਹੁਕਮ ਚਾਹੀਦਾ। ਅੱਲਾ ਦੇ ਬੰਦੇ ਅਸੀਂ ਇਕੱਠਿਆ ਫਿਰ ਨਤੀਜਾ ਕੱਢ ਲਾਂਗੇ ਨਾ, ਉਹਦਾ ਦੋਵੇਂ ਨਾਲ ਨਤੀਜਾ ਕੱਢ ਲਾਂਗੇ। ਚਲੋ ਠੀਕ ਹੈ, ਇੰਜ ਕਰਨੇ ਆ। ਇੱਕ ਹਦੀਸ ਤੁਸੀਂ ਪੇਸ਼ ਕਰੋ ਨਾ, ਇੱਕ ਹਦੀਸ ਤੁਸੀਂ ਪੇਸ਼ ਕਰੋ, ਇੱਕ ਮੈਂ ਓਹੋ ਇੱਕ ਤੇ ਫੇਰ ਲੱਗ ਜਾਂਦੇ ਨੇ ਮਾਨ ਨਾਲ ਕਸਮੇ ਰੱਬ ਦੀ। ਅੱਛਾ, ਇੱਕ ਹਦੀਸ ਤੁਸੀਂ ਪੇਸ਼ ਕਰੋਗੇ, ਇੱਕ ਹਦੀਸ ਮੈਂ ਪੇਸ਼ ਕਰਾਂਗਾ। ਜਿਨ੍ਹਾਂ ਦੀ ਹਦੀਸਾਂ ਜ਼ਿਆਦਾ ਹੋ ਗਈਆਂ ਉਹ ਮੁਕੱਦਮਾ ਜਿੱਤ ਗਏ। ਠੀਕ ਹੈ, ਮਨਜ਼ੂਰ? अच्छा जी, जिन्हें ज्यादा रवायतां पेश कर छड़ियां। ओए अल्लाह दे बंदे, ਤੁਹਾਨੂੰ ਤੇ ਹੀ ਨਹੀਂ ਪਤਾ ਕਿ ਸ਼ਰੀਅਤ ਦੇ ਅਹਿਕਾਮ ਜਿਹੜੇ ਨੇ ਉਹ ਕਿਸ ਤਰ੍ਹਾਂ ਖਤਮ ਨਹੀਂ ਸ਼ਰੀਅਤ ਦੇ ਅਹਿਕਾਮ ਮੈਨੂੰ ਬਰੀਲੀਅਨ ਨਹੀਂ ਹੈ। ਗੱਲ ਤਾਂ ਸੁਣੋ ਅਬੂ ਹਸਨ ਭਾਈ, ਸ਼ਰੀਅਤ ਦੇ ਅਹਿਕਾਮ ਜਿਹੜੇ ਨੇ ਮੈਂ ਬਰੀਲੀਅਨ ਆਸਮ ਬਾਬਾ ਸਾਹਿਬ ਸਿੱਖਣ ਵਾਸਤੇ ਨਹੀਂ ਬੈਠਿਆ ਨਾ। ਆਸਮ ਬਾਬਾ ਸਾਹਿਬ ਗੱਲ ਸੁਣੋ। ਅੱਲਾ ਦੇ ਬੰਦਿਓ, ਮੈਂ ਤੁਹਾਨੂੰ ਕੋਈ ਅੱਲਾ ਦੇ ਬੰਦੇ ਸ਼ਰੀਅਤ ਮੇਰੇ ਤੇ ਨਹੀਂ ਨਾਜ਼ਿਲ ਹੋਈ। ਮੈਨੂੰ ਤੁਸੀਂ ਸ਼ਰੀਅਤ ਗੱਲ ਸੁਣੋ, ਤੁਸੀਂ ਫਤਵਾ ਦੇ ਦਿਓ, ਫਤਵਾ ਦੇ ਦਿਓ ਕਿ ਅੱਲਾ ਦੇ ਨਬੀ ਇਸ ਹਦੀਸ ਦੇ ਵਿੱਚ ਨਾਉਜ਼ੁ ਬਿल्ला ਸੁਮਾ ਨਾਉਜ਼ੁ ਬਿल्ला ਨਕਲੇ ਕੁਫਰ ਨਾ ਬਾਸ਼ਦ ਬਕੌਲ ਬਰੇਲਵੀਆਂ ਦੇ ਹਰਾਮ ਕੰਮ ਸੀ ਇਹ ਵਾਲਾ। ਇਹ ਫਤਵਾ ਦੇ ਦਿਓ ਬਸ। ਯਾਰ ਤੁਸੀਂ ਮੈਨੂੰ ਗੱਲ ਕਰਨ ਦਿਓਗੇ ਤੇ ਫੇਰ ਹੀ ਹੈ ਨਾ, ਜ਼ਾਰੀ ਬਾਤ ਹੈ। ਹਾਂ ਤੇ ਕਰੋ ਨਾ, ਐਸਾ ਦੀ ਗੱਲ ਕਰੋ ਨਾ। ਬਿਸਮਿਲ੍ਲਾ, ਤੁਹਾਡੇ ਅੱਗੇ ਰਵਾਇਤ ਪੇਸ਼ ਕੀਤੀ ਹੈ। ਅੱਗੇ ਨਸੀ ਜਾਈ, ਅੱਗਾ ਦੌੜ ਪਿੱਛਾ ਚੋੜ, ਉਹ ਕੰਮ ਨਹੀਂ ਨਾ ਹੁੰਦਾ। ਓਹੋ ਅੱਲਾ ਦੇ ਬੰਦਿਓ, ਸ਼ਰੀਅਤ ਦਾ ਹੁਕਮ ਹੈ ਜਿੱਤੇ ਨਹੀਂ ਅਖਜ਼ ਕੀਤਾ ਜਾਂਦਾ ਕਿ ਇੱਕ ਆਇਤ ਪੜ੍ਹ ਕੇ ਹਦੀਸ ਪੜ੍ਹ ਕੇ ਤੁਸੀਂ ਸ਼ਰੀਅਤ ਦਾ ਹੁਕਮ ਅਖਜ਼ ਕਰ ਲਵੋ। ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ ਨਾ, ਮੈਂ ਤੁਹਾਨੂੰ ਗੱਲ ਦੱਸਣਾ ਵਾ। ਦੇਖੋ ਮੈਂ ਤੁਹਾਨੂੰ ਮਿਸਾਲ ਤੁਹਾਨੂੰ ਦੇ, ਹਾਂ ਚਲੋ ਤੁਸੀਂ ਨਹੀਂ ਚਾਹੁੰਦੇ ਤੁਸੀਂ ਰਵਾਇਤ ਪੜ੍ਹਨਾ, ਨਾ ਪੜੋ। ਹਾਲਾਂਕਿ ਮੈਂ ਤਾਂ ਤੁਹਾਨੂੰ ਨਬੀ ਦੀ ਹਦੀਸ ਤੋਂ ਪੜ੍ਹਾਉਣਾ ਹੈ। ਕੀ ਕਰਨਾ ਹੈ ਇਹਨਾਂ ਹਦੀਸਾਂ ਦਾ, ਕੀ ਕਰਨਾ ਹੈ? ਓਏ ਆਹੋ, ਤੇ ਮੈਂ ਜਦੋਂ ਤੁਸੀਂ ਇਹ ਰਵਾਇਤਾਂ ਪੜੋਗੇ ਜਿਹੜੀਆਂ ਮੈਂ ਤੁਹਾਨੂੰ ਪੜਵਾਉਣਾ ਚਾਹ ਰਿਹਾ, ਤੇ ਤੁਹਾਨੂੰ ਸਮਝ ਆਏਗੀ ਨਾ ਗੱਲ ਦੀ। ਜੇ ਤੁਸੀਂ ਸਮਝਣਾ ਨਹੀਂ ਚਾਹੁੰਦੇ, ਤੁਸੀਂ ਸਮਝਦੇ ਹੋ ਕਿ ਅਨਾਹ ਦਾ ਮਸਲਾ ਹੈ, ਇੱਥੇ ਅਨਾਹ ਦਾ ਮਸਲਾ ਹੈ। ਮੈਂ ਫਿਰ ਮੈਂ ਮੈਨੂੰ ਗੱਲ ਦੱਸੋ, ਮੈਨੂੰ ਇਹ ਗੱਲ ਦੱਸੋ, ਤੁਸੀਂ ਮੈਨੂੰ ਇੱਕ ਜਾਂ ਦੋ ਰਵਾਇਤਾਂ ਪੇਸ਼ ਕਰ ਸਕਦੇ ਹੋ। ਕਿਆਮਤ ਵਾਲੇ ਦਿਨ ਆਸਮ ਬਾਬਾ ਸਾਹਿਬ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਕਿਆਮਤ ਵਾਲੇ ਦਿਨ ਤੁਹਾਡੀ ਮੇਰੀ ਅਨਾਹ ਕੰਮ ਨਹੀਂ ਆਣੀ। ਇੱਥੇ ਅਗਰ ਮਿਸਾਲ ਦੇ ਤੌਰ ਤੇ ਤੁਸੀਂ ਮੇਰੇ ਕੋਲ ਆਰਗੂਮੈਂਟ 'ਚ ਜਿੱਤ ਜਾਓਗੇ ਨਾ, ਤੇ ਕਿਆਮਤ ਵਾਲੇ ਦਿਨ ਤੁਹਾਡੀ ਇਹ ਜਿੱਤ ਕੰਮ ਨਹੀਂ ਆਣੀ। ਤੁਹਾਡੇ ਸਾਹਮਣੇ ਮੈਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਰੀਅਤ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਸਮਝਦੇ ਹੋ ਕਿ ਮੈਂ ਪਤਾ ਨਹੀਂ ਤੁਹਾਨੂੰ ਇੱਥੇ ਨੀਵਾਂ ਦਿਖਾਣ ਆਇਆ ਤੁਹਾਨੂੰ। ਅਗਰ ਸਾਡੀ ਇਸ ਗੁਫ਼ਤਗੂ ਤੋਂ
ਅਗਰ ਇੱਕ ਬੰਦਾ ਵੀ ਸਿੱਧੇ ਰਸਤੇ ਦੇ ਉੱਤੇ ਆ ਜਾਵੇ ਨਾ ਤੇ ਹੋ ਸਕਦਾ ਐਸੇ ਵਜ੍ਹਾ ਨਾਲ ਸਾਡੀ ਬਖਸ਼ਿਸ਼ ਹੋ ਜਾਏ ਕਿਆਮਤ ਵਾਲੇ ਦਿਨ। ਉਹ ਤੇ ਫਿਰ ਸਿੱਧੇ ਰਸਤੇ ਹੋਰ ਬੜੇ ਨੇ ਅਬੂ ਹਸਨ ਭਾਈ, ਖਾਲੀ ਇਹੀ ਮਾਮਲਾ ਨਹੀਂ, ਇਹ ਤੇ ਮਾਮਲਾ ਹੀ ਕੋਈ ਨਹੀਂ ਹੈ, ਤੇ ਨਿੱਕਾ ਜਿਹਾ ਮਾਮਲਾ ਇਹਦੇ ਤੇ ਮੈਂ ਤੁਹਾਨੂੰ ਹਦੀਸਾਂ ਪੇਸ਼ ਕਰ ਰਿਹਾ। ਤੁਸੀਂ ਨਹੀਂ ਅੱਲਾ ਦੇ ਬੰਦੇ ਹੋ, ਅੱਲਾ ਦੇ ਨਬੀ ਦੀ ਕਿਤਾਬ ਹਰਾਮ ਕੰਮ ਨੂੰ ਤੁਸੀਂ ਨਿਸਬਤ ਕਰਦੇ ਪਏ ਹੋ। ਆਸਮ ਬਾਬਾ ਸਾਹਿਬ ਦਾ ਸੁਣ ਮੈਂ ਨਹੀਂ ਮੰਨਦਾ ਇਸ ਬੁਖਾਰੀ ਦੀ ਇਸ ਰਵਾਇਤ ਨੂੰ। अल्लाह का नबी का कहता है कि क़यामत के करीब ऐसे लोग आएंगे, ऐसे कौम, मेरी गल सुनियो बाबा जी, गल सुनियो, अल्लाह दे नबी फरमा रहे ने, गल सुन लो जरा, एक मिनट अल्लाह दे नबी फरमा रहे, गल सुन लो ना मेरी, अल्लाह दे बंदे गल ते सुन लो, सुनो। अल्लाह दे नबी फरमा रहे ने कि क़यामत के करीब ऐसे लोग आएंगे ਜਿਹੜੇ ਆਪਣੇ ਤੇ ਗਾਣੇ ਨੂੰ ਹਲਾਲ ਕਰ ਲੈਣਗੇ, ਗਾਣ ਵਜਾਣ ਨੂੰ ਆਪਣੇ ਤੇ ਹਲਾਲ ਕਰ ਲੈਣਗੇ। अल्लाह दे नबी इत्थे वईद सुना रहे ने, डर सुना रहे ने। ए सुनन इब्ने माजा दी जेहड़ी रिवायत है ਇਹਦੇ ਅੰਦਰ ਵੀ ਆਹੀ अबू हसन भाई ये जो बुखारी की हदीस की बात कर रहे हैं, मैं आपको बताता हूँ क्या साहब, बात ऐसे है कि देखें कि नबी पाक सल्लल्लाहु अलैहि वसल्लम 23 साल नबी पाक सल्लल्लाहु अलैहि वसल्लम जो है वो अपनी कौम के अंदर रहे 23 साल तक। नबूवत का ऐलान फरमाने के बाद 23 साल तक अपनी कौम के अंदर रहे और बतदरीज वहाँ पर अहकामात नाज़िल हुए हैं। कई चीज़ें पहले जायज़ थी, बाद में उन चीज़ों को मना फरमा दिया। जैसे कि शराब जो थी, शराब पहले जो है वो नहीं थी हराम, तो कई सहाबा कराम पीते थे। बाद में जब अल्लाह ताला की ज़ात ने मना फरमा दिया, शरीयत में मना होगी शराब, तो सहाबा कराम ने तर्क कर दी। इसी तरह से ये जो रवायत है ये बिल्कुल सराहत के साथ ये नबी पाक सल्लल्लाहु अलैहि वसल्लम का हुक्म आ गया हमारे सामने कि गाना हराम है, गाना बजाना, मौसीकी के आलात ये हराम है। ये वाज़ेह हमारे पास रसूलुल्लाह सल्लल्लाहु अलैहि वसल्लम का हुक्म आ गया हमारे सामने कि एक हराम अमल है ये गाना बजाना। दो रवायतें हैं और एक सहाबी रसूल का अमल हमारे सामने कि हज़रत अब्दुल्लाह इब्न उमर की रवायत है। ये मैं आपको बता देता हूँ ये रवायत कौन सी है। ये रवायत है जनाबे वाला ये सुनन नबी दाऊद के अंदर रवायत है ये वाली 4924। इसके अंदर हज़रत अब्दुल्लाह इब्न उमर जो है ना वो कहीं आवाज़ उनके कानों में पड़ी मौसीकी के आलात की, तो उन्होंने अपनी उंगलियां जो है ना अपने कानों के अंदर दे दी और उसके बाद अपने एक साथी को पूछते हैं कि क्या चलते गए, दूर चलते गए और दूर जाने के बाद उन्होंने अपने साथी से पूछा कि क्या अब आवाज़ तो नहीं आ रही, तो उन्होंने फरमाया नहीं। तो उन्होंने अपने कानों से उंगलियां निकाल के फरमाया कि मैंने अपने नबी को ऐसे करते देखा है। हजरत अब्दुल्लाह इब्न उमर फरमा रहे हैं कि मैंने अपने नबी को ऐसे करते देखा है। अब हमारे पास दो हदीसें आ गई, एक बुखारी की, एक सुनन इब्न माजा की और सुनन नबी दा। बाबा जी एक मिनट ठहर जो, सिर्फ एक मिनट सिर्फ ठहर, अल्लाह दे बंदे एक मिनट ठहर जो, और टू द पॉइंट मैं और मैं जा रही आसम बाबा साहब मैं जा नहीं रहा, एक मिनट ठहर जो, चलो बिस्मिल्लाह करो, मैं ਇੱਥੇ ਹੀ एक मिनट ठहर जो। अच्छा एक सहाबी ਦਾ ਅਮਲ ਵੀ ਸਾਡੇ ਸਾਹਮਣੇ ਆ ਗਿਆ ਤੇ ਸਹਾਬੀ ਦਾ ਅਮਲ ਜਿਹੜਾ ਵੇ ਉਹ ਨਬੀ ਦਾ ਹੀ ਅਮਲ ਸਮਝਿਆ ਜਾਂਦਾ ਹੈ। ਮੁਹੱਦਿਸੀਨ ਦੇ ਹਾਂ सहाबी ਦਾ ਅਮਲ ਨਬੀ ਦਾ ਹੀ ਅਮਲ ਸਮਝਿਆ ਜਾਂਦਾ। अच्छा जी और मेरा सवाल ले लो ਅੱਗੇ ਜਨਾਬੇ ਵਾਲਾ सवाल ले लो आगे बाद ਵਿੱਚ ਉਹ ਪੁਰਾਣੇ ਬਾਦ ਦੀ ਆਇਤ ਸਿਰਫ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਭਾਈ ਇੰਜ ਨਹੀਂ ਹੁੰਦਾ ਕਿ ਆਪਣੀ ਗੱਲ ਰੱਖੀ ਇੰਜ ਨਹੀਂ ਯਾਰ ਮੈਂ ਗੱਲ ਮੁਕੰਮਲ ਕਰਕੇ ਨਾ ਮੈਂ ਮਾਈਕ ਬੰਦ ਕਰ ਦਾਂਗਾ ਬਾਬਾ ਜੀ। ਮੈਂ ਤੁਹਾਡੀ ਸੁਣਨ ਵਾਸਤੇ ਬੈਠਾ ਹੀ ਨਹੀਂ, ਮੈਂ ਆਪਣੀ ਵੀ ਰੱਖਣੀ ਹੈ ਨਾਲ। ਅੱਲਾ ਦੇ ਬੰਦਿਓ ਕੁਰਾਨ ਦੀ ਆਇਤ ਸੁਣ ਲਓ, ਥੋੜੀ ਜੀ ਆਦਤ ਪਾਓ, ਥੋੜੀ ਜੀ ਅਗਲੇ और नहीं गल तो सुनना आदत पाओ ना, थोड़ी जी अपना सुनने की भी आदत पाओ। अच्छा अबू हसन भाई जेडे नबी करीम सल्लल्लाहु अलैहि वसल्लम दे नाल साहबी जा रहे सन जदों अपना अल्लाह दे नबी ने करना च उंगलां दित्तियां हन, समझ नहीं आई गल दी। मैं क्या अल्लाह दे नबी दे नाल एक सहाबी जा रहे सन जदों अल्लाह दे नबी ने अपने कन्नां दे विच उंगलां दे हड़ियां सन। हज़रत अब्दुल्लाह इब्न उमर कह रहे ने, हज़रत अब्दुल्लाह इब्न उमर दी गल ते तुहानू इतबार नहीं, साहबी जा रहे सन ना मैं पे कहना हज़रत अब्दुल्लाह इब्न उमर दी गल ते तुहानू इतबार नहीं। मतलब है कि ओ गाना सुनना सहाबी वास्ते जायज सी ते अल्लाह दे नबी वास्ते जायज नहीं सी।
ਅੱਲਾ ਦੇ ਨਬੀ ਨੇ ਕਮਲ ਕਰਕੇ ਦੱਸ ਦਿੱਤਾ ਨਾ ਕਿ ਅਮਲ ਉਹਨਾਂ ਦੇ ਨਾਲ ਤੁਸੀਂ ਮਤਲਬ ਉਤਰਿਆ ਵੇ। ਉਹਨਾਂ ਨੇ ਖੁਦ ਅੱਲਾ ਦੇ ਨਬੀ ਨੇ ਯਾਨੀ ਕਿ ਇੱਕ ਸਹਾਬੀ ਨੂੰ ਉਹਨਾਂ ਨੇ ਇੱਕ ਮਿੰਟ ਨਾ ਗੱਲ ਤਾਂ ਸੁਣ ਲਓ ਤੁਹਾਡੇ ਸਾਹਮਣੇ ਉਹ ਜਾਨੀ ਗੱਲ ਤੇ ਸੁਣ ਲਓ ਨਾ ਮੇਰੀ ਸਾਹਮਣੇ ਦੋ ਰਵਾਇਤਾਂ ਪੇਸ਼ ਮੇਰਾ ਕੀਤੀਆਂ ਨੇ। ਸਵਾਲ ਇਹ ਵੇ ਗੱਲ ਤੇ ਸੁਣ ਲਓ ਸਵਾਲ ਇਹ ਵੇ ਕਿ ਅੱਲਾ ਦੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਉਂਗਲਾਂ ਦੇ ਵਿੱਚ ਆਪਣੇ ਕੰਨਾਂ ਦੇ ਵਿੱਚ ਉਂਗਲਾਂ ਦੇ ਹੇੜੀਆਂ ਔਰ ਉਸ ਆਵਾਜ਼ ਨੂੰ ਨਹੀਂ ਸੁਣਿਆ ਇੰਜ ਗੱਲ ਹੈ ਲੇਕਿਨ ਸਹਾਬੀ ਵਾਸਤੇ ਉਹ ਆਵਾਜ਼ ਜਾਇਜ਼ ਸੀ ਸੁਣਨੀ ਯਾਨੀ ਇਹਦਾ ਮਤਲਬ ਹੈ ਕਿ ਗਾਣਾ ਸੁਣਨਾ ਜਾਇਜ਼ ਹੋ ਗਿਆ। ਨਹੀਂ ਸਹਾਬੀ ਵਾਸਤੇ ਜਾਇਜ਼ ਸੀ ਜਾਂ ਸਹਾਬੀ ਵਾਸਤੇ ਵੀ ਹਰਾਮ ਸੀ ਇਹਦੇ ਦੱਸਿਓ। ਓਏ ਅੱਲਾ ਦੇ ਬੰਦਿਓ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਅਮਲ ਕਰਕੇ ਸਹਾਬਾ ਕਿਰਾਮ ਨੂੰ ਦੱਸ ਦਿੱਤਾ ਕਿ ਅਮਲ ਗਲਤ ਹੈ। ਜੀ ਲੇਕਿਨ ਇਹ ਵੇ ਕਿ ਅਬਦੁੱਲਾ ਯਾਨੀ ਕਿ ਗਾਣਾ ਸੁਣਨਾ ਜਾਂ ਮੌਸੀਕੀ ਦੇ ਹਾਲਾਤ ਜਿਹੜੇ ਨੇ ਮਨਾ ਨੇ। ਅੱਲਾ ਦੇ ਨਬੀ ਨੇ ਇਹ ਕਿਉਂ ਨਹੀਂ ਫਰਮਾਇਆ ਤੁਸੀਂ ਵੀ ਆਪਣੇ ਕੰਨਾਂ 'ਚੋਂ ਆਪਣਾ ਉਂਗਲਾਂ ਤੋਂ ਮੈਂ ਵੀ ਦੇਣਾ ਵਾ ਆਪਣਾ ਅਸੀਂ ਸੁਣਨੀਆਂ ਹੀ। ਆਸਮ ਬਾਬਾ ਸਾਹਿਬ ਤੁਹਾਡੇ ਸਾਹਮਣੇ ਦੋ ਰਵਾਇਤਾਂ ਜਿਹੜੀਆਂ ਬੁਖਾਰੀ ਦੀਆਂ ਪੇਸ਼ ਕੀਤੀਆਂ ਨੇ ਉਹਨਾਂ ਦਾ ਕੀ ਕਰਨਾ? ਪੁੱਛਣਾ ਪਊਗਾ ਕਿ ਇੱਕ ਸਹਾਬੀ ਜਿਹੜਾ ਉਹ ਸੁਣ ਸਕਦਾ ਔਰ ਅੱਲਾ ਦੇ ਨਬੀ ਸੋਹਣਿਓ ਤੁਹਾਡੇ ਸਾਹਮਣੇ ਮੈਂ ਇੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਪੇਸ਼ ਕੀਤੀ ਹੈ ਕਿ ਕਿਆਮਤ ਦੇ ਨਜ਼ਦੀਕ ਮੈਂ ਤੁਹਾਨੂੰ ਅੰਮਾ ਆਇਸ਼ਾ ਦੇ ਹਦੀਸ ਪੇਸ਼ ਕੀਤੀ ਹੈ ਕਿ ਅੰਮਾ ਆਇਸ਼ਾ ਫਰਮਾ ਰਹੇ ਨੇ ਕਿ ਤੁਸੀਂ ਆਪਣਾ ਅੰਮਾ ਆਇਸ਼ਾ ਫਰਮਾ ਰਹੇ ਨੇ ਕਿ ਅੱਲਾ ਦੇ ਨਬੀ ਗਾਣਾ ਸੁਣ ਰਹੇ ਸਨ ਘਰ ਸਾਡੇ ਬੈਠ ਕੇ। ਓਏ ਅੱਲਾ ਦੇ ਬੰਦਿਓ ਤੁਹਾਨੂੰ ਮੈਂ ਜਿਹੜੀ ਉਹਦੀ ਗੱਲ ਤੁਹਾਨੂੰ ਸਮਝਾਈਏ ਤੁਹਾਨੂੰ ਸ਼ਾਇਦ ਨਹੀਂ ਸਮਝ ਆਈ। ਉਸ ਤੋਂ ਬਾਅਦ ਅੱਗੇ ਸ਼ਰੀਅਤ ਦੇ ਅਹਿਕਾਮਾਤ ਜਿਹੜੇ ਨੇ ਤੁਸੀਂ ਯਾਰ ਇੱਕ ਮਿੰਟ ਜਰਾ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਨਾ ਉਹਦਾ ਵੀ ਜਵਾਬ ਯਾਰ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਉਹ ਸੁਣਦੇ ਲਵੋ ਅੱਲਾ ਦੇ ਬੰਦਿਓ ਗੱਲ ਪੂਰੀ ਹੋ ਲੈਂਦੇ ਨਾ। ਇੱਕ ਮਿੰਟ ਤੁਹਾਡੀ ਗੱਲ ਉਹ ਸ਼ਰੀਅਤ ਦੇ ਵਿੱਚ ਜਿਹੜੀ ਮਨਾ ਹੋ ਗਈ ਨਾ ਉਹ ਗੱਲ ਤੇ ਸੁਣੋ ਪਹਿਲੇ ਇੱਕ ਚੀਜ਼ ਮਨਾ ਨਹੀਂ ਸੀ ਬਾਅਦ ਵਿੱਚ ਮਨਾ ਹੋਈ। ਇਮਾਮ ਜ਼ੈਨੁਲ ਆਬਦੀਨ ਬੁਖਾਰੀ ਦੀ